परम सत्कारयोग सतगुरां दी साजी और नवाजी हुई साध संगत जियो। आप माई भाई काफ़ी समय तो चबरां तख्तां दे मालक गुरता गद्दी ते विराजमान प्रतख सतगुरु सारे संसार दे सांझे रहबर धन धन साहिब श्री गुरु ग्रंथ साहिब महाराज जी के चरणों के विच बैठ करके रब्बी गुरबाणी दे जाप करते आ रहे हो। असीं तुसीं सारे ही वड्डे कर्मां वाले हाँ जिन्हों गुरु चरणों के विच बैठण दे सुभाग समय प्राप्त होए। महाराज जी कहते अमृत वेले दा जागना जे कोई जागे नित एक वडेंदी आरजा दूजा साहिब आवे चित। महाराज जी कहते अमृत वेले जागण दे नाल एक तां बंदे दी उम्र लम्मी हुंदी आ, दूजा वाहिगुरु परमेश्वर चेते आउंदा है। आओ कल विचार चल रही सी गुरु जी दे दरबार दी महिमा। श्री आनंदपुर साहिब दे नित नवें कौतकां नूं सुन के देसां परदेसां तो रोज़ संगतां आउंदियां अते शास्त्र अते हज़ारां रुपये अर्पण करके मनोकामना पूरियां करदियां। युद्ध विच जो नुकसान होया सी वो सारा ठीक ठाक कर लिया। घर बार दा सुधार करके गुरु जी ने कारीगरां नूं हुक्म कीता कि युद्ध वास्ते बहुत सारे शास्त्र तैयार करो। हुक्म अनुसार अनेकां कारीगर रात दिन बंदूकां रहल के तोपां जंबूरे चापां तमाचा कहंदे ने रिवाल्वर नूं तमाचे सांगां अते बरसियां आदਿਕ तैयार करन लग पए। गुरु जी दे अपने वास्ते बहुत लम्मे तीर तैयार होण लग पए जिन्हां दी मुखी अगे एक मोहर दा सिउना लाया गया। इस तरह रोज ही शास्त्र तैयार होंदे रहे। उन्हां नूं गुरु जी परख के खजाने विच जमा करन लगे अते विद्या दे अभ्यास वास्ते ਸਿੰਘਾਂ नूं शास्त्र चलाउण अते मारन दी जांच दसन लगे। मुंशी आसा सिंह दी वार्ता। धन श्री गुरु गोबिंद सिंह महाराज जी पास एक आसा सिंह मुंशी गुरु घर दे टोबू लिखण दा काम करदे हुंदे सी। एक दिन उस पास एक गरीब सिख ने आन के आखिया कि उसकी लड़की विआहण योग है, उसनूं 500 रुपया मिल जावे तां कारज करके उसकी चिंता लै जावेगी। आसा सिंह ने दया करके उसनूं 500 रुपये दी हुंडी लिख के किसी दूजे सिख 500 रुपया लैण वास्ते दे दिता।
ਸਿੱਖ ਨੇ ਹੁੰਡੀ ਦਾ ਰੁਪਈਆ ਵਸੂਲ ਕਰਕੇ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ। 6 ਮਹੀਨਿਆਂ ਪਿੱਛੋਂ ਜਦ ਉਹ ਸਿੱਖ ਜਿਸ ਨੇ ਹੁੰਡੀ ਦਾ 500 ਰੁਪਈਆ ਦਿੱਤਾ ਸੀ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਉਸਨੇ ਆਪਣਾ ਰੁਪਈਆ ਲੈਣ ਵਾਸਤੇ ਉਹ ਹੁੰਡੀ ਗੁਰੂ ਜੀ ਨੂੰ ਦਿੱਤੀ। ਪਰ ਗੁਰੂ ਜੀ ਨੇ ਕਿਹਾ ਕਿ ਅਸਾਂ ਤਾਂ ਤੈਨੂੰ ਕੋਈ ਹੁੰਡੀ ਨਹੀਂ ਸੀ ਭੇਜੀ, ਇਹ ਕਿਸਨੇ ਲਿਖ ਕੇ ਭੇਜੀ ਹੈ। ਜਦ ਇਸ ਗੱਲ ਦੀ ਆਸਾ ਸਿੰਘ ਨੂੰ ਖਬਰ ਲੱਗੀ ਤਾਂ ਉਹ ਡਰਦਾ ਹੋਇਆ ਭੱਜ ਕੇ ਆਪਣੇ ਘਰ ਚਲਿਆ ਗਿਆ। ਘਰ ਤੋਂ ਉਸਨੇ ਇੱਕ ਅਰਜੀ ਭਾਵ ਕਿ ਕਵਿਤਾ ਲਿਖ ਕੇ ਗੁਰੂ ਜੀ ਪਾਸ ਭੇਜੀ। ਕਵਿਤਾ ਇਹ ਸੀ, ਕਲਮ ਕਹਿੰਦੀ, ਮੁਖ ਮੇਰੇ ਕਾਰਾ ਕਰੇ ਕਰਤ ਨਾ ਪਰ ਉਪਕਾਰ, ਇਸਕੋ ਮੈਂ ਫਿਰ ਕਰੂੰਗੀ ਪਲਟਾ ਇਹ ਦਰਬਾਰ। ਫਟ ਸਾਤੀ ਦੋ ਟੁਕ ਭਈ ਰੂਦਨ ਕਰਤ ਲਿਖ ਜਾਤ, ਪਰ ਸਾਰਥ ਪਰਉਪਕਾਰ ਬਿਨ ਮੋਹਿ ਨਾ ਉਪਜਾਤ ਸ਼ਾਂਤ। ਇਹਦੇ ਅਰਥ ਨੇ ਕਿ ਜਿਹੜੀ ਕਲਮ ਗੁਰੂ ਜੀ ਨੇ ਮੈਨੂੰ ਫੜਾਈ ਸੀ ਉਹ ਕਹਿੰਦੀ ਸੀ ਕਿ ਜਦ ਗਰੀਬ ਸਿੱਖ ਨੇ ਆਣ ਕੇ ਗੁਰੂ ਜੀ ਦਾ ਵਾਸਤਾ ਪਾਇਆ ਤਾਂ ਮੇਰੇ ਪਾਸੋਂ ਸਹਾਰਿਆ ਨਾ ਗਿਆ ਤੇ ਮੈਂ ਸਿੱਖ ਨੂੰ ਟੋਭੂ ਲਿਖ ਦਿੱਤਾ। ਗੁਰੂ ਜੀਓ, ਸਾਰੀ ਪਛਮੀ ਤੁਹਾਡੀ ਹੀ ਹੈ, ਜੋ ਸ੍ਰਿਸ਼ਟੀ ਦੇ ਲੋਕ ਵਰਤਦੇ ਹਨ। ਇਹ ਚਿੱਠੀ ਪੜ੍ਹ ਕੇ ਗੁਰੂ ਜੀ ਨੇ ਖੁਸ਼ ਹੋ ਕੇ ਆਸਾ ਸਿੰਘ ਨੂੰ ਸੱਦ ਕੇ ਸਿਰਪਾਉ ਦਿੱਤਾ ਅਤੇ ਪਹਿਲਾਂ ਵਾਂਗੂ ਹੀ ਉਸ ਨੂੰ ਟੋਭੂ ਲਿਖਣ ਦਾ ਕੰਮ ਦਿੱਤਾ। ਇਸ ਤਰ੍ਹਾਂ ਦਾ ਇੱਕ ਹੋਰ ਸੈਣਾ ਨਾਮ ਦਾ ਸਿੱਖ ਲਿਖਾਰੀ ਹੁੰਦਾ ਸੀ। ਉਸ ਪਾਸੋਂ ਵੀ ਜਦ ਥੋੜੀ ਜਿਹੀ ਗਲਤੀ ਹੋ ਗਈ ਤਾਂ ਉਹ ਵੀ ਭੱਜ ਗਿਆ ਅਤੇ ਵਾਪਸ ਨਾ ਆਇਆ। ਇੱਕ ਦਿਨ ਗੁਰੂ ਜੀ ਨੇ ਜਦ ਉਸ ਦੀ ਇੱਕ ਸੁੰਦਰ ਲਿਖਤ ਵੇਖੀ ਤਾਂ ਆਪ ਜੀ ਨੇ ਉਸ ਨੂੰ ਸੱਦਾ ਭੇਜਿਆ, ਪਰ ਉਸਨੇ ਆਉਣ ਵਾਸਤੇ ਇਹ ਬਹਾਨਾ ਲਿਖ ਕੇ ਭੇਜ ਦਿੱਤਾ। ਸਭ ਤੇ ਪ੍ਰਭ ਤੇ ਵਿਸਰੇ ਕੀਓ ਕਰਾਸ ਕੋਟ ਠਾਂਡ, ਵੇ ਭੀਖਨ ਸੰਗਤ ਹਮ ਕਰੀ ਭਏ ਜੱਟ ਕੇ ਜਾਟ। ਇਹ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਹੋਇਆ। ਸ਼ਾਸਤਰਾਂ ਦਾ ਸਤਿਕਾਰ ਤੇ ਦੁਸਹਿਰਾ ਮਨਾਉਣਾ। ਸ਼ਾਸਤਰਾਂ ਦਾ ਸਤਿਕਾਰ ਤੇ ਦੁਸਹਿਰਾ ਮਨਾਉਣਾ ਇਸ ਤਰ੍ਹਾਂ ਬਰਸਾਤ ਦੀ ਰੁੱਤ ਬੀਤ ਗਈ ਅਤੇ ਸਰਦੀ ਆ ਗਈ। ਸ਼ਰਾਧਾਂ ਤੋਂ ਪਿੱਛੋਂ ਨਰਾਤੇ ਆਏ ਤੇ ਲੋਕਾਂ ਨੇ ਦੇਵੀ ਪੂਜਨ ਕੀਤੀ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਸਾਰੇ ਸ਼ਾਸਤਰਾਂ ਨੂੰ ਸ਼ਾਸਤਰਖਾਨੇ ਵਿੱਚੋਂ ਬਾਹਰ ਕੱਢ ਕੇ ਚੰਗੀ ਤਰ੍ਹਾਂ ਮਾਂਜ ਕੇ ਸਾਫ਼ ਕਰੋ। ਮਾਰਵਾੜੀ ਸਿੱਖ ਜੋ ਉਸ ਸਮੇਂ ਸ਼ਾਸਤਰ ਚਲਾਉਣ, ਸ਼ਾਸਤਰ ਬਣਾਉਣ, ਚਲਾਉਣ ਤੇ ਸਾਫ਼ ਕਰਨ ਵਿੱਚ ਪ੍ਰਸਿੱਧ ਸਨ। ਸ਼ਾਸਤਰ ਚਲਾਉਣ ਤੇ ਸਾਫ਼ ਕਰਨ ਦੇ ਵਿੱਚ ਬੜੇ ਪ੍ਰਸਿੱਧ ਸਨ। ਨੂੰ ਇਹ ਕੰਮ ਸੌਂਪਿਆ ਗਿਆ ਕਿ ਸਿੱਖ ਸ਼ਾਸਤਰਾਂ ਨੂੰ ਪੈਰਾਂ ਨਾਲ ਸਾਫ਼ ਕਰ ਰਹੇ ਸਨ ਕਿ ਗੁਰੂ ਜੀ ਨੇ ਉਹਨਾਂ ਨੂੰ ਵੇਖ ਕੇ ਆਖਿਆ, ਤੁਸੀਂ ਸ਼ਾਸਤਰਾਂ ਨੂੰ
ਪੈਰ ਲਾ ਕੇ ਇਹਨਾਂ ਦੀ ਬੇਅਦਬੀ ਕਰ ਰਹੇ ਹੋ। ਇਹ ਖੜਗ ਆਦਿਕ ਸਤਰ ਕਾਲ ਪੁਰਖ ਨੂੰ ਬਹੁਤ ਪਿਆਰੇ ਹਨ। ਉਸ ਦੀ ਆਪਣੀ ਧੁਜਾ ਵਿੱਚ ਸੋਭ ਰਹੇ ਹਨ। ਆਦਿ ਸ਼ਕਤੀ ਚੰਡੀ ਦਾ ਇਹ ਰੂਪ ਹਨ ਅਤੇ ਸਦਾ ਹੀ ਪੂਜਣ ਯੋਗ ਹਨ। ਇਸ ਵਾਸਤੇ ਇਹਨਾਂ ਦੇ ਮਾਂਜਣ ਦੀ ਸੇਵਾ ਬੜੇ ਅਦਬ ਨਾਲ ਕਰੋ। ਇਹ ਗੱਲ ਆਖ ਕੇ ਗੁਰੂ ਜੀ ਅੱਗੇ ਚਲੇ ਗਏ। ਕੁਝ ਚਿਰ ਪਿੱਛੋਂ ਇੱਕ ਸਿੱਖ ਨੇ ਗੁਰੂ ਜੀ ਨੂੰ ਦੱਸਿਆ ਕਿ ਇੱਕ ਮਰਵਾੜੀ ਸਿੱਖ ਬਹੁਤ ਸਾਰੀਆਂ ਕਿਰਪਾਨਾਂ ਸਿਰ ਤੇ ਰੱਖ ਕੇ ਬੈਠਾ ਹੋਇਆ ਹੈ, ਕੋਈ ਕੰਮ ਨਹੀਂ ਕਰਦਾ। ਉਹ ਸਿੱਖ ਦੀ ਇਹ ਗੱਲ ਸੁਣ ਕੇ ਗੁਰੂ ਜੀ ਉਸ ਮਰਵਾੜੀ ਸਿੱਖ ਨੂੰ ਵੇਖਣ ਗਏ। ਜਦ ਉਸਨੇ ਇਸ ਤਰ੍ਹਾਂ ਹੀ ਕਿਰਪਾਨਾਂ ਸਿਰ ਤੇ ਰੱਖ ਕੇ ਬੈਠਾ ਵੇਖਿਆ ਤਾਂ ਪੁੱਛਿਆ ਕਿ ਸਿੱਖਾ ਤੂੰ ਇਹ ਕੀ ਕੀਤਾ ਹੈ? ਵਿਹਲਾ ਬੈਠਾ ਸਮਾਂ ਬਤੀਤ ਕਰ ਰਿਹਾ ਹੈ। ਉਸ ਮਰਵਾੜੀ ਸਿੱਖ ਨੇ, ਜਿਹਦਾ ਨਾਮ ਰਾਮ ਸਿੰਘ ਸੀ, ਰਾਮ ਸਿੰਘ ਨੇ ਉੱਤਰ ਦਿੱਤਾ, ਗੁਰੂ ਜੀ ਤੁਹਾਡਾ ਹੁਕਮ ਹੈ ਕਿ ਇਹਨਾਂ ਸਾਤਰਾਂ ਦਾ ਅਦਬ ਕਰੋ, ਸਤਿਕਾਰ ਕਰੋ। ਸੋ ਇਸੇ ਤਰ੍ਹਾਂ ਹੀ ਹੋ ਸਕਦਾ ਹੈ ਪੀਰ ਜੀ, ਜੇ ਇਹਨਾਂ ਦੇ ਮਾਂਜਣ ਦੀ ਸੇਵਾ ਕਰਨੀ ਹੋਵੇ ਤਾਂ ਉਹ ਉਸੇ ਪ੍ਰਕਾਰ ਹੋ ਸਕਦੀ ਹੈ ਜਿਵੇਂ ਪਹਿਲਾਂ ਪੈਰਾਂ ਦੇ ਨਾਲ ਹੋ ਰਹੀ ਸੀ। ਗੁਰੂ ਜੀ ਇਹ ਸੁਣ ਕੇ ਪ੍ਰਸੰਨ ਹੋ ਕੇ ਕਹਿਣ ਲੱਗੇ, ਤੈਨੂੰ ਸੇਵਾ ਕਰਨ ਸਮੇਂ ਮਾਫੀ ਹੈ, ਜਿਵੇਂ ਠੀਕ ਹੋਵੇ ਸੇਵਾ ਕਰੋ। ਵੀ ਜਿਵੇਂ ਮਹਾਰਾਜ ਜੀ ਕਹਿੰਦੇ ਠੀਕ ਲੱਗਦਾ, ਜਿਵੇਂ ਸਾਤਰਾਂ ਦੀ ਸੇਵਾ ਹੋ ਸਕਦੀ ਹੈ ਉਸੇ ਤਰ੍ਹਾਂ ਸੇਵਾ ਕਰੋ। ਤਾਂ ਗੁਰਮੁਖ ਪਿਆਰਿਓ, ਜਿਵੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਨੇ, ਕਈ ਕਹਿ ਦਿੰਦੇ ਨੇ ਵੀ ਮਹਾਰਾਜ ਪ੍ਰਕਾਸ਼ ਨੇ ਜੀ ਉੱਪਰ ਨਹੀਂ ਚੜ੍ਹਨਾ ਚਾਹੀਦਾ, ਨਹੀਂ ਚੜ੍ਹਨਾ ਚਾਹੀਦਾ, ਇਹ ਗੁਰੂ ਦਾ ਸਤਿਕਾਰ ਨਹੀਂ। ਪਰ ਜਦੋਂ ਅਸੀਂ ਸੇਵਾ ਕਰਦੇ ਹਾਂ, ਕੋਈ ਸਫਾਈ ਕਰਦੇ ਹਾਂ ਜਾਂ ਕੋਈ ਰੰਗ ਕਰਦੇ ਹਾਂ ਜਾਂ ਕੋਈ ਹੋਰ ਕੰਮ ਕਰਦੇ ਹਾਂ ਤਾਂ ਗੁਰਮੁਖ ਪਿਆਰਿਓ ਫਿਰ ਅਸੀਂ ਉੱਪਰ ਚੜ੍ਹ ਸਕਦੇ ਹਾਂ, ਫਿਰ ਕੋਈ ਦੋਸ਼ ਨਹੀਂ ਹੈ। ਜੇ ਬਿਨਾਂ ਕੰਮ ਤੋਂ ਚੜਾਂਗੇ ਫਿਰ ਨਹੀਂ ਚੜ੍ਹਨਾ ਚਾਹੀਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਥੱਲੇ ਹੋਣਾ ਸੀ, ਬਿਨਾਂ ਵਜ੍ਹਾ ਤੋਂ ਉੱਪਰ ਚੜਾਂਗੇ ਫਿਰ ਨਹੀਂ ਚੜ੍ਹਨਾ ਚਾਹੀਦਾ। ਹਾਂ, ਜੇ ਕੋਈ ਕਾਰਜ ਆ, ਕੋਈ ਕੰਮ ਆ, ਕੋਈ ਸਫਾਈ ਕਰਨੀ ਹੈ, ਫਿਰ ਅਸੀਂ ਉੱਪਰ ਵੀ ਦਰਬਾਰ ਸਾਹਿਬ ਦੇ ਚੜ੍ਹ ਸਕਦੇ ਹਾਂ। ਭਾਈ ਰਾਮ ਸਿੰਘ ਜੀ ਨੇ ਸਾਤਰਾਂ ਨੂੰ ਬੜੇ ਪ੍ਰੇਮ ਨਾਲ ਮਾਂਜ ਕੇ ਉੱਚੇ ਥਾਂ ਤੇ ਰੱਖ ਦਿੱਤਾ। ਉਪਰੰਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦਾ ਧੂਪ ਪੁਸ਼ਪ ਆਦਿ ਨਾਲ ਪੂਜਨ ਕਰਕੇ ਕੜਾਹ ਪ੍ਰਸਾਦ ਵਰਤਾਇਆ ਅਤੇ ਸਭ ਨੂੰ ਜਥਾ ਜੋਗ ਸਥਾਨਾਂ ਤੇ ਸਤਿਕਾਰ ਨਾਲ ਰਖਵਾ ਦਿੱਤਾ। ਤੀਸਰੇ ਪਹਿਰ ਸਤਿਗੁਰੂ ਜੀ ਨੇ ਦੁਸਹਿਰੇ ਵਾਲੇ ਦਿਨ ਘੋੜੇ ਉੱਤੇ ਆਪ ਅਤੇ ਸਿੰਘਾਂ ਨੂੰ ਸਵਾਰ ਕਰਕੇ ਨਗਾਰੇ ਦੰਬੀਆਂ ਆਦਿਕ ਵਜਾ ਕੇ ਬਾਹਰ ਗਏ ਅਤੇ ਨੇਜਾਬਾਜੀ ਤੇ ਕਿਰਪਾਨਾਂ ਆਦਿਕ ਸਾਤਰਾਂ ਦੇ ਕਰਤੱਵ ਕਰਕੇ ਸਿੰਘਾਂ ਵਿੱਚ ਵੀਰ ਰਸ ਦਾ ਉਤਸ਼ਾਹ ਭਰਿਆ। ਬੰਦੂਕਾਂ ਤੇ ਤੋਪਾਂ ਦੀਆਂ ਸਲਾਕਾਂ ਨਾਲ ਬਾਜੂ ਮੰਡਲ ਧੂਆਂ ਧਾਰ ਹੋ ਗਿਆ। ਇਸ ਤਰ੍ਹਾਂ ਦੁਸਹਿਰੇ ਦਾ ਦਿਨ ਮਨਾ ਕੇ ਸੰਧਿਆ ਦੇ ਸਮੇਂ ਆਪ ਜੀ ਨੇ ਮਹਿਲਾਂ ਵਿੱਚ ਆ ਕੇ ਬਿਰਾਜਮਾਨ ਹੋ ਗਏ। ਮਾਤਾ ਜੀ ਨੂੰ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਉਣੇ। ਇੱਕ ਦਿਨ
ਮਾਤਾ ਗੁਜਰੀ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਗੁਰੂ ਜੀ ਨੂੰ ਪੁੱਛਿਆ। ਮਾਤਾ ਗੁਜਰੀ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ। ਮਾਤਾ ਜੀ ਕਹਿੰਦੇ, ਲਾਲ ਜੀ, ਇਹ ਜੋ ਆਪ ਜੀ ਦੇ ਦਾਦਾ ਜੀ ਨੇ ਸੁਖਮਨੀ ਸਾਹਿਬ ਵਿੱਚ ਲਿਖਿਆ ਹੈ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ। ਜਿਹੜਾ ਸਿਉਨੇ ਤੇ ਮਿੱਟੀ ਨੂੰ, ਅੰਮ੍ਰਿਤ ਤੇ ਜ਼ਹਿਰ ਨੂੰ ਇੱਕ ਸਮਾਨ ਸਮਝਦਾ ਹੈ, ਜੇ ਕੋਈ ਇਹੋ ਜਿਹਾ ਸੰਤ ਭਗਤ ਪੁਰਸ਼ ਹੈ ਤਾਂ ਮੈਨੂੰ ਉਹਨਾਂ ਦੇ ਦਰਸ਼ਨ ਕਰਵਾਓ। ਜਿਹੜਾ ਐਸਾ ਹੈ ਵੀ ਸਿਉਨੇ ਤੇ ਮਿੱਟੀ ਨੂੰ, ਅੰਮ੍ਰਿਤ ਤੇ ਜ਼ਹਿਰ ਨੂੰ ਇੱਕ ਸਮਾਨ ਸਮਝਦਾ ਹੈ, ਤੇ ਮੈਨੂੰ ਉਹਨਾਂ ਦੇ ਦਰਸ਼ਨ ਕਰਵਾਓ। ਮਾਤਾ ਜੀ ਪਾਸੋਂ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਮਾਤਾ ਜੀ, ਇਹੋ ਜਿਹੇ ਉੱਤਮ ਰਹਿਣੀ ਵਾਲੇ ਤੇ ਸ੍ਰੇਸ਼ਟ ਪੁਰਸ਼ ਦੇ ਦਰਸ਼ਨ ਤੁਹਾਨੂੰ ਕੱਲ ਰੋਟੀ ਖਾਣ ਤੋਂ ਪਹਿਲਾਂ ਹੀ ਹੋ ਜਾਣਗੇ। ਮਹਾਰਾਜ ਜੀ ਕਹਿੰਦੇ, ਇਸ ਸਮੇਂ ਭਾਈ ਰਾਮ ਕੁਆਰ, ਬਾਬਾ ਗੁਰਬਖਸ਼ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਬੀੜ ਬਾਬਾ ਬੁੱਢਾ ਜੀ ਵਿੱਚ ਵਿਰਾਜਦੇ ਸਨ, ਜਿੱਥੇ ਬਾਬਾ ਬੁੱਢਾ ਜੀਆਂ ਦਾ ਅਸਥਾਨ ਬਣਿਆ ਹੋਇਆ, ਉੱਥੇ ਵਿਰਾਜਦੇ ਸਨ। ਆਪ ਜੀ ਨੇ ਬਾਬਾ ਬੁੱਢਾ ਜੀ ਦੇ ਪੜਪੋਤੇ ਤੇ ਬ੍ਰਹਮ ਗਿਆਨੀਆਂ ਦੀ ਅਵਸਥਾ ਵਾਲੇ ਗੁਰੂ ਘਰ ਦੇ ਮੁਖੀ ਸਿੱਖਾਂ ਵਿੱਚੋਂ ਇੱਕ ਸਨ। ਆਪ ਜੀ ਨੇ ਮਾਤਾ ਜੀ ਅਤੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਅੰਮ੍ਰਿਤਸਰ ਸਾਹਿਬ ਤੋਂ ਹੀ ਜਾਣ ਕੇ ਸਵੇਰੇ ਅਨੰਦਪੁਰ ਸਾਹਿਬ ਜਾਣ ਦੀ ਤਿਆਰੀ ਕਰ ਲਈ। ਬਾਬਾ ਜੀ ਨੇ ਆਪਣੇ ਸੇਵਕਾਂ ਨੂੰ ਆਖਿਆ ਕਿ ਤੁਸੀਂ ਆਪਣੀ ਤਿਆਰੀ ਕਰਕੇ ਸਾਡੇ ਪਿੱਛੇ ਆ ਜਾਣਾ। ਸਾਨੂੰ ਸਤਿਗੁਰੂ ਜੀ ਵੱਲੋਂ ਮਾਤਾ ਜੀ ਪਾਸ ਪਹੁੰਚਣ ਦਾ ਛੇਤੀ ਹੀ ਹੁਕਮ ਹੈ। ਰਾਤ ਤਿਆਰੀ ਕਰਕੇ ਬਾਬਾ ਜੀ ਸੌਂ ਗਏ। ਅੰਮ੍ਰਿਤ ਵੇਲੇ ਇਸ਼ਨਾਨ ਪਾਠ ਕਰਕੇ ਘੋੜੇ ਉੱਤੇ ਸਵਾਰ ਹੋ ਕੇ ਅਨੰਦਪੁਰ ਸਾਹਿਬ ਨੂੰ ਚੱਲ ਪਏ। ਜਦ ਦੁਪਹਿਰ ਦਾ ਸਮਾਂ ਹੋ ਗਿਆ ਤਾਂ ਬਾਬਾ ਜੀ ਅਜੇ ਅਨੰਦਪੁਰ ਸਾਹਿਬ ਤੋਂ 25 ਕੋ ਦੂਰ ਸਨ। ਉਧਰ ਮਾਤਾ ਗੁਜਰੀ ਜੀ ਬਿਨਾਂ ਜਲ ਪਾਨ ਕੀਤੇ ਬੈਠੇ ਆਪ ਜੀ ਦੀ ਉਡੀਕ ਕਰ ਰਹੇ ਸਨ। ਜਦ ਦੁਪਹਿਰ ਹੋ ਗਈ ਤਾਂ ਆਪ ਅੰਨ ਜਲ ਸਕਣ ਦੇ ਉਡੀਕ ਕਰ ਹੀ ਰਹੇ, ਪਰ ਅਜੇ ਤੱਕ ਉਹ ਮਹਾਂਪੁਰਸ਼ ਨਹੀਂ ਆਏ ਜਿਨ੍ਹਾਂ ਦੇ ਦਰਸ਼ਨ ਕਰਾਉਣ ਵਾਸਤੇ ਤੁਸੀਂ ਮੈਨੂੰ ਆਖਿਆ ਸੀ। ਹੁਣ ਜੇ ਆਖੋ ਤਾਂ ਪ੍ਰਸਾਦ ਤਿਆਰ ਕਰਕੇ ਛਕ ਲਵਾਂ। ਦਿਨ ਢਾਲੇ ਪੈ ਗਿਆ, ਮਹਾਂਪੁਰਸ਼ ਪਤਾ ਨਹੀਂ ਆਉਣ ਕਿ ਨਾ ਆਉਣਗੇ। ਸਤਿਗੁਰੂ ਜੀ ਨੇ ਆਖਿਆ, ਮਾਤਾ ਜੀ ਤੁਹਾਡਾ ਮਨੋਰਥ ਧਨ ਹੈ, ਤੁਸੀਂ ਇਤਨੀ ਖੁੱਲੇ ਦਿਲ ਨਾਲ ਉਡੀਕ ਕੀਤੀ। ਤੁਸੀਂ ਸੋਹਣੇ ਸੁੰਦਰ ਰਸਦਾਇਕ ਭੋਜਨ ਤਿਆਰ ਕਰਕੇ ਜਦ ਥਾਲ ਪਰੋਸਣ ਲੱਗੋਗੇ ਤਾਂ ਛੇਤੀ ਹੀ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰੋਗੇ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਜਦੋਂ ਤੁਸੀਂ ਰਸਦਾਇਕ ਵਧੀਆ ਭੋਜਨ ਤਿਆਰ ਕਰਕੇ ਜਦੋਂ ਥਾਲ ਪਰੋਸੋਗੇ ਤਾਂ ਛੇਤੀ ਹੀ ਉਹਨਾਂ ਦੇ ਮਹਾਂਪੁਰਸ਼ਾਂ ਦੇ ਦਰਸ਼ਨ ਕਰੋਗੇ। ਹੁਣ ਉਹਨਾਂ ਦੇ ਆਉਣ ਵਿੱਚ ਕੋਈ ਦੇਰ ਨਹੀਂ, ਤੁਸੀਂ ਸਰਧਾ ਨਾਲ ਆਪਣੀ ਤਿਆਰੀ ਕਰੋ। ਗੁਰੂ ਜੀ ਦਾ ਸੁਨੇਹਾ ਸੁਣ ਕੇ ਮਾਤਾ ਜੀ ਨੇ ਭੋਜਨ ਤਿਆਰ ਕਰਨ ਵਾਸਤੇ ਤਤਕਾਲ ਹੀ ਰਸੋਈਏ ਲਾ ਦਿੱਤੇ। ਜਦ ਬੜੇ ਪ੍ਰਕਾਰ ਦਾ ਭੋਜਨ ਤਿਆਰ ਹੋ ਗਿਆ ਤਾਂ ਮਾਤਾ ਜੀ ਨੇ ਉਹਨਾਂ ਨੂੰ ਬੜੇ ਪ੍ਰੇਮ ਉਤਸ਼ਾਹ ਨਾਲ ਥਾਲਾਂ ਵਿੱਚ ਪਰੋਸਣਾ ਸ਼ੁਰੂ ਕੀਤਾ। ਉਧਰ ਜਦੋਂ ਮਾਤਾ ਜੀ ਦੀ ਇਹ ਸਾਰੀ ਤਿਆਰੀ ਬਾਬਾ ਰਾਮ ਕੁਆਇਰ ਜੀ ਨੇ ਦੇਖੀ, ਉਸ ਸਮੇਂ ਆਨੰਦਪੁਰ ਸਾਹਿਬ ਤੋਂ 25 ਕੋ ਦੂਰ ਸਨ। ਗਿਆਨ ਦ੍ਰਿਸ਼ਟੀ ਨਾਲ ਜਾਣ ਲਈ ਆਪ ਜੀ ਨੇ ਵਿਚਾਰਿਆ ਕਿ ਜੇ ਹੁਣ ਵੇਲੇ ਸਿਰ ਨਾ ਪਹੁੰਚੇ ਤਾਂ ਸਾਡਾ ਜਾਣਾ ਵਿਅਰਥ ਹੋ ਜਾਊਗਾ। ਪਰ ਇਹ ਕਰਾਮਾਤ ਤੋਂ ਬਿਨਾਂ ਇੰਨੀ ਛੇਤੀ ਪਹੁੰਚਣਾ ਵੀ ਔਖਾ ਹੈ। ਕਰਾਮਾਤ ਦੇ ਨਾਲ ਹੀ ਪਹੁੰਚ ਸਕਦੇ ਆ, ਜੇ ਕਰਾਮਾਤ ਨਾ ਵਿਖਾਈ ਤਾਂ ਪਹੁੰਚਣਾ ਬੜਾ ਔਖਾ ਹੋ ਜਾਊਗਾ। ਤਾਂ ਗੁਰਮੁਖ ਪਿਆਰਿਓ, ਹੁਣ ਉਸੇ ਤਰ੍ਹਾਂ ਹੀ ਕਰਨਾ ਠੀਕ ਹੈ ਜਿਵੇਂ ਸਤਿਗੁਰੂ ਜੀ ਨੂੰ ਪ੍ਰਵਾਨ ਹੋਵੇ। ਇਸ ਫੁਰਨੇ ਨਾਲ ਹੀ ਬਾਬਾ ਜੀ ਨੇ ਤਤ ਸਿੰਘ ਹੀ ਆਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਜੀ ਦੇ ਚਰਨਾਂ ਉੱਤੇ ਸੀਸ ਜਾ ਰੱਖਿਆ। ਸਤਿਗੁਰੂ ਜੀ ਨੇ ਸੁਖ ਸਾਂਦ ਪੁੱਛ ਕੇ ਸਤਿਕਾਰ ਦੇ ਨਾਲ ਆਖਿਆ, ਜਾਓ ਪ੍ਰਸਾਦ ਛਕੋ, ਮਾਤਾ ਜੀ ਉਡੀਕ ਕਰ ਰਹੇ ਹਨ। ਬਾਬਾ ਰਾਮ ਕੁਆਇਰ ਜੀ ਨੇ ਮਹਿਲਾਂ ਵਿੱਚ ਪਹੁੰਚ ਕੇ ਮਾਤਾ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਅਤੇ ਆਖਿਆ, ਮਾਤਾ ਜੀ ਸਾਨੂੰ ਪ੍ਰਸਾਦ ਛਕਾਓ, ਬਹੁਤ ਭੁੱਖ ਲੱਗੀ ਆ। ਮਾਤਾ ਗੁਜਰੀ ਜੀ ਇਹ ਬਚਨ ਸੁਣ ਕੇ ਬੜੇ ਖੁਸ਼ ਹੋਏ ਤੇ ਭੋਜਨ ਦਾ ਥਾਲ ਪਰੋਸ ਕੇ ਆਪ ਜੀ ਅੱਗੇ ਰੱਖ ਕੇ ਆਪ ਪੱਖਾ ਝੱਲਦੇ ਰਹੇ। ਮਾਤਾ ਗੁਜਰੀ ਜੀ ਪ੍ਰਸਾਦ ਪਾਣੀ, ਪ੍ਰਸਾਦਾ ਲੰਗਰ ਪਾਣੀ ਰੱਖ ਕੇ ਆਪ ਪੱਖਾ ਝੱਲਦੇ ਰਹੇ। ਜਦ ਬਾਬਾ ਜੀ ਨੇ ਪ੍ਰਸਾਦ ਛਕ ਕੇ ਚੂੜਾ ਕਰ ਲਿਆ ਤਾਂ ਮਾਤਾ ਗੁਜਰ ਜੀ ਨੇ ਆਪ ਜੀ ਨੂੰ ਪੁੱਛਿਆ ਕਿ ਬਾਬਾ ਜੀ, ਆਪ ਤਾਂ ਅੰਮ੍ਰਿਤਸਰ ਤੋਂ ਏਡੀ ਛੇਤੀ ਕਿਸ ਤਰ੍ਹਾਂ ਆ ਗਏ ਹੋ? ਆਪ ਜੀ ਅੰਮ੍ਰਿਤਸਰ ਤੋਂ ਏਡੀ ਛੇਤੀ ਕਿਵੇਂ ਆ ਗਏ ਹੋ? ਬਾਬਾ ਜੀ ਨੇ ਉੱਤਰ ਦਿੱਤਾ ਕਿ ਮਾਤਾ ਜੀ, ਅਸੀਂ ਗੁਰੂ ਸਾਹਿਬ ਦੇ ਵਸ ਹਾਂ, ਅਸੀਂ ਗੁਰੂ ਸਾਹਿਬ ਦੇ ਵਸ ਵਿੱਚ ਹਾਂ। ਜਿਸ ਤਰ੍ਹਾਂ ਲਿਆਉਂਦੇ ਹਨ ਉਸੇ ਤਰ੍ਹਾਂ ਹੀ ਆ ਜਾਂਦੇ ਹਾਂ। ਸ਼ਬਦ ਪੜਿਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਕਾਠ ਕੀ ਪੁੱਤਰੀ ਕਹਾਂ ਕਰੈ ਬਪਰੀ ਖਲਾਵਣ ਹਾਰੋ ਜਾਣੈ, ਜੈਸਾ ਭੇਖ ਕਰਾਵੈ ਬਾਜੀਗਰ ਉਹ ਤੈਸੋ ਹੀ ਸਾਜ ਆਨੈ। ਇਨ੍ਹਾਂ ਸ਼ਬਦਾਂ ਉਪਰੰਤ ਮਾਤਾ ਜੀ ਨੂੰ ਮੱਥਾ ਟੇਕ ਕੇ ਸ੍ਰੀ ਰਾਮ ਕੁਆਇਰ ਜੀ ਗੁਰੂ ਸਾਹਿਬ ਜੀ ਦੇ ਪਾਸ ਆ ਗਏ। ਇਹ ਰਾਮ ਕੁਆਇਰ ਜੀ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਸਨ। ਉਹਨਾਂ ਦੇ ਪੜਪੋਤਰੇ ਸਨ। ਬਾਬਾ ਬੁੱਢਾ ਜੀਆਂ ਦੇ ਪੜਪੋਤਰੇ ਸਨ ਬਾਬਾ ਰਾਮ ਕੁਆਇਰ ਜੀ। ਗੁਰੂ ਜੀ ਨੇ ਕੜਾਹ ਦੀ ਲੁੱਟ ਪਵਾਉਣੀ। ਜਦੋਂ ਰਾਮ ਕੁਆਇਰ ਜੀ ਸਤਿਗੁਰੂ ਜੀ ਪਾਸ
ਆ ਬੈਠੇ ਤਾਂ ਆਪ ਜੀ ਨੇ ਬਾਬਾ ਜੀ ਦਾ ਸਤਿਕਾਰ ਕੀਤਾ। ਸੁਖ ਸਾਂਦ ਆਨੰਦ ਪੁੱਛਿਆ ਅਤੇ ਆਖਿਆ ਕਿ ਤੁਸੀਂ ਗੁਰਸਿੱਖੀ ਦੇ ਆਸਰੇ ਹੋ, ਤੁਸੀਂ ਨੇਕਾਂ ਬੰਦਿਆਂ ਨੂੰ ਗੁਰਸਿੱਖੀ ਦੇ ਰਸਤੇ ਪਾ ਕੇ ਉਧਾਰਿਆ ਹੈ। ਤੁਹਾਡੇ ਵੱਡੇ ਬਾਬਾ ਬੁੱਢਾ ਜੀ ਆਪ ਸਦਾ ਹੀ ਸਿੱਖੀ ਵਿੱਚ ਇੱਕ ਰਸ ਰਹੇ ਹਨ ਅਤੇ ਹੋਰਨਾਂ ਸਿੱਖਾਂ ਦੇ ਕਲੇਸ਼ ਆਦਿਕ ਦੁੱਖ ਦੂਰ ਕਰਦੇ ਰਹੇ ਹਨ। ਉਹ ਬੜੇ ਮਹਾਤਮਾ ਮਹਾਪੁਰਸ਼ ਹੋਏ ਹਨ, ਜਿਨ੍ਹਾਂ ਨੇ ਲੇਸ ਮਾਤਰ ਜਗਤ ਦਾ ਕੋਈ ਵਿਕਾਰ ਨਹੀਂ ਸੂਹਿਆ। ਸ੍ਰੀ ਰਾਮ ਕੁਆਰ ਜੀ ਨੇ ਆਪਣੇ ਵੱਡੇ ਬਾਬਾ ਬੁੱਢਾ ਜੀ ਦੀ ਵਡਿਆਈ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਅਤੇ ਆਖਿਆ ਕਿ ਸਭ ਕੁਝ ਆਪ ਜੀ ਦੀ ਕਿਰਪਾ ਹੈ। ਜੋ ਤੁਸੀਂ ਸਾਨੂੰ ਨਿਵਾਜਦੇ ਹੋ, ਸਤਿਗੁਰੂ ਜੀ ਨੇ ਸ੍ਰੀ ਰਾਮ ਕੁਆਰ ਜੀ ਨੂੰ ਬੜੇ ਸਨਮਾਨ ਦੇ ਨਾਲ ਇੱਕ ਸੁੰਦਰ ਮੰਦਰ ਵਿੱਚ ਡੇਰਾ ਕਰਵਾ ਦਿੱਤਾ। 4 ਦਿਨ ਪਿੱਛੋਂ ਬਾਬਾ ਜੀ ਦੀ ਸੰਗਤ ਵੀ ਅੰਮ੍ਰਿਤਸਰ ਤੋਂ ਬਾਬਾ ਜੀ ਦੇ ਪਾਸ ਆ ਗਈ। ਦੇਖੋ, ਉਹਨਾਂ ਨੂੰ ਆਉਂਦਿਆਂ ਨੂੰ 4 ਦਿਨ ਲੱਗ ਗਏ, ਪਰ ਬਾਬਾ ਰਾਮ ਕੁਆਰ ਜੀ ਸ਼ਕਤੀ ਦੇ ਨਾਲ ਬੜੀ ਛੇਤੀ ਹੀ ਆਨੰਦਪੁਰ ਸਾਹਿਬ ਪਹੁੰਚ ਗਏ ਸਨ। ਤਾਂ ਗੁਰਮੁਖ ਪਿਆਰਿਓ, 4 ਦਿਨ ਪਿੱਛੋਂ ਬਾਬਾ ਜੀ ਦੀ ਸੰਗਤ ਵੀ ਅੰਮ੍ਰਿਤਸਰ ਪਹੁੰਚ ਗਈ, ਬਾਬਾ ਜੀ ਦੇ ਪਾਸ ਆਨੰਦਪੁਰ ਸਾਹਿਬ ਪਹੁੰਚ ਗਈ। ਉਹਨਾਂ ਦਾ ਡੇਰਾ ਵੀ ਬਾਬਾ ਜੀ ਨੇ ਆਪਣੇ ਪਾਸ ਹੀ ਕਰਵਾ ਲਿਆ। ਸਤਿਗੁਰੂ ਜੀ ਦੂਸਰੇ ਦਿਨ ਦੀਵਾਨ ਵਿੱਚ ਬਿਰਾਜਮਾਨ ਹੋ ਰਹੇ ਸਨ। ਸਾਰੇ ਦੇਸ਼ ਪ੍ਰਦੇਸ਼ ਦੇ ਸਿੱਖ ਦਰਸ਼ਨ ਕਰਨ ਵਾਸਤੇ ਆਣ ਕੇ ਮੱਥਾ ਟੇਕ ਕੇ ਆਪਣੀਆਂ ਭੇਟਾਵਾਂ ਅਰਪਣ ਕਰ ਰਹੇ ਸਨ। ਭਾਈ ਰਾਮ ਕੁਆਰ ਜੀ ਵੀ ਆਪਣੀ ਸੰਗਤ ਲੈ ਕੇ ਸਤਿਗੁਰੂ ਜੀ ਦੇ ਹਜ਼ੂਰ ਆ ਗਏ। ਸਭ ਸਿੱਖਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਦੀਵਾਨ ਵਿੱਚ ਬੈਠ ਗਏ। ਸਤਿਗੁਰੂ ਜੀ ਨੇ ਖਜ਼ਾਨਚੀ ਨੂੰ ਹੁਕਮ ਕੀਤਾ। ਸਤਿਗੁਰੂ ਜੀ ਨੇ ਖਜ਼ਾਨਚੀ ਨੂੰ ਹੁਕਮ ਦੇ ਕੇ 1000 ਰੁਪਏ ਦਾ ਕੜਾ ਪ੍ਰਸਾਦ ਤਿਆਰ ਕਰਵਾਇਆ। ਉਹਨਾਂ ਸਮਿਆਂ ਦਾ 1000 ਰੁਪਈਆ, ਅੱਜ ਦਾ ਲਾ ਲਓ ਹਿਸਾਬ ਕਿਤਾਬ ਵੀ ਕਿੰਨਾ ਕੁ ਹੋ ਜਾਣਾ। ਉਹਨਾਂ ਸਮਿਆਂ ਦਾ 1000 ਰੁਪਈਆ, ਅੱਜ ਦਾ ਸਮਾਂ ਲਾ ਲਓ ਵੀ 1 ਕਰੋੜ ਰੁਪਈਆ। ਉਹ ਸਮਿਆਂ ਦੀ 1000 ਰੁਪਈਆ, ਕਿਉਂਕਿ ਸਮਾਂ ਬਦਲਦਾ ਗਿਆ। ਪਹਿਲਾਂ ਸਮਿਆਂ ਦੇ ਵਿੱਚ ਸਤਿਗੁਰੂ ਜੀ ਨੂੰ ਸਿੱਖ ਮੱਥਾ ਟੇਕਦੇ ਸੀ ਸਰਦਾ ਭਾਵਨਾ ਦੇ ਨਾਲ। ਇਸੇ ਤਰ੍ਹਾਂ ਹੀ ਜਿਹੜੇ ਕੁਝ ਤਕੜੇ ਸਨ ਸਿੱਖ, ਉਹ ਫਿਰ ਕੌਡੀਆਂ ਦੇ ਨਾਲ ਮੱਥਾ ਟੇਕਦੇ ਸੀ। ਜਿਹੜੇ ਫਿਰ ਉਸ ਤੋਂ ਹੋਰ ਸਿੱਖ ਤਕੜੇ ਸਨ ਤਾਂ ਗੁਰਮੁਖ ਪਿਆਰਿਓ, ਕੋਈ 1 ਪੈਸਾ, ਕੋਈ 2 ਪੈਸਾ, ਕੋਈ 5, ਕੋਈ 10, ਕੋਈ ਰੁਪਈਆ। ਸਮੇਂ ਦੇ ਨਾਲ ਇਸ ਤਰ੍ਹਾਂ ਸਤਿਗੁਰੂ ਜੀ ਨੂੰ ਮੱਥਾ ਟੇਕਦੇ ਸਨ ਸੰਗਤਾਂ, ਸੇਵਕ ਸਿੱਖ। ਪਰ ਸਮਾਂ ਬਦਲਦਾ ਗਿਆ ਤੇ ਨਾਲ ਦੀ ਨਾਲ ਸੇਵਕ ਸੰਗਤਾਂ ਵੀ ਆਪਣੀ ਭੇਟਾ ਤਬਦੀਲ ਬਦਲਦੀ ਗਈਆਂ। ਜਦ
ਗੁਰਮੁਖ ਪਿਆਰਿਓ, ਇਸ ਤਰ੍ਹਾਂ ਸੰਗਤਾਂ ਸਤਿਗੁਰੂ ਜੀ ਨੂੰ ਨਮਸਕਾਰ ਕਰਦੀ ਗਈਆਂ ਸਰਧਾ ਪ੍ਰੇਮ ਦੇ ਨਾਲ। ਉਹ ਸਮੇਂ ਫਿਰ ਜਦ ਕੜਾਹ ਪ੍ਰਸਾਦ ਦੇ ਕੜਾਹੇ ਦੀਵਾਨ ਵਿੱਚ ਆ ਗਏ ਤਾਂ ਆਪ ਜੀ ਨੇ ਕੜਾਹਿਆਂ ਵੱਲ ਵੇਖ ਕੇ ਹੁਕਮ ਕੀਤਾ ਕਿ ਇਹ ਕੜਾਹ ਪ੍ਰਸਾਦ ਵੰਡਿਆ ਨਹੀਂ ਜਾ ਸਕਦਾ, ਵੀ ਸੰਗਤ ਵੀ ਬੜੀ ਆ ਤੇ ਕੜਾਹ ਪ੍ਰਸਾਦ ਦੇ ਕੜਾਹੇ ਵੀ ਤਿਆਰ ਹੋ ਗਏ ਨੇ ਤੇ ਇੰਨਾ ਤਾਂ ਫਿਰ ਵੰਡਣਾ ਵੀ ਔਖਾ ਹੈ, ਵੰਡਿਆ ਨਹੀਂ ਜਾ ਸਕਦਾ। ਜਿਤਨਾ ਕਿਸੇ ਪਾਸੋਂ ਜਦੋਂ ਕੜਾਹ ਪ੍ਰਸਾਦ ਦੀਵਾਨ ਵਿੱਚ ਆ ਗਏ ਤਾਂ ਆਪ ਜੀ ਨੇ ਕੜਾਹਿਆਂ ਵੱਲ ਵੇਖ ਕੇ ਹੁਕਮ ਕੀਤਾ ਕਿ ਇਹ ਕੜਾਹ ਪ੍ਰਸਾਦ ਵੰਡਿਆ ਨਹੀਂ ਜਾ ਸਕਦਾ, ਜਿਤਨਾ ਕਿਸੇ ਪਾਸੋਂ ਲੁੱਟਿਆ ਜਾਵੇ ਹਿੰਮਤ ਨਾਲ ਲੁੱਟ ਕੇ ਖਾ ਲਵੋ। ਵੀ ਕੜਾਹੇ ਭਰੇ ਪਏ ਨੇ, ਜਿੰਨਾ ਜਿੰਨਾ ਖਾਧਾ ਜਾਂਦਾ ਮਹਾਰਾਜ ਜੀ ਕਹਿੰਦੇ ਖਾ ਲਓ। ਇਹ ਬਚਨ ਕਰਕੇ ਆਪਣੇ ਮਹਿਲਾਂ ਨੂੰ ਚਲੇ ਗਏ ਅਤੇ ਪਿੱਛੋਂ ਸਿੱਖਾਂ ਨੇ ਕੜਾਹ ਪ੍ਰਸਾਦ ਦੀ ਲੁੱਟ ਮਚਾ ਦਿੱਤੀ। ਗੁਰਮੁਖ ਪਿਆਰੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਜਿਤਨਾ ਕਿਸੇ ਦੇ ਹੱਥ ਆਇਆ ਉਤਨਾ ਹੀ ਉਹ ਆਪਣੇ ਡੇਰੇ ਲੈ ਗਿਆ। ਬਲਵਾਨ ਸਿੱਖ ਬਹੁਤਾ ਪ੍ਰਸਾਦ ਲੈ ਗਏ ਅਤੇ ਕਮਜ਼ੋਰ ਮਸਾਂ ਹੱਥਾਂ ਨੂੰ ਹੀ ਲੱਗਾ, ਮਾੜਾ ਮੋਟਾ ਹੀ ਲੱਗਿਆ ਹੱਥਾਂ ਨੂੰ, ਕਈਆਂ ਦੇ ਜਿਹੜੇ ਕਮਜ਼ੋਰ ਸਨ। ਭਾਈ ਰਾਮ ਕੁਆਰ ਜੀ ਇਸ ਸਮੇਂ ਸਮਾਧੀ ਲਾ ਕੇ ਬੈਠੇ ਰਹੇ। ਉਹਨਾਂ ਦੀ ਸੰਗਤ ਵੀ ਉਹਨਾਂ ਦੀ ਰੀਸ ਕਰਕੇ ਉਹਨਾਂ ਦੇ ਪਾਸ ਹੀ ਬੈਠੀ ਰਹੀ। ਇਹ ਗੱਲ ਸਾਰੇ ਫੈਲ ਗਈ ਕਿ ਭਾਈ ਰਾਮ ਕੁਆਰ ਜੀ ਅਤੇ ਉਹਨਾਂ ਦੀ ਸੰਗਤ ਨੇ ਤਿਹਾਵਲ ਕੜਾਹ ਪ੍ਰਸਾਦ ਨਹੀਂ ਲੁੱਟਿਆ, ਚੁੱਪ ਕਰਕੇ ਹੀ ਬੈਠੇ ਰਹੇ ਹਨ। ਜਦ ਇਹ ਗੱਲ ਮਾਤਾ ਗੁਜਰੀ ਜੀ ਨੇ ਸੁਣੀ ਤਾਂ ਉਹਨਾਂ ਨੇ ਵਿਚਾਰਿਆ ਕਿ ਜਿਨ੍ਹਾਂ ਮਹਾਂਪੁਰਸ਼ਾਂ ਦੇ ਮਾਤਾ ਗੁਜਰੀ ਜੀ ਨੇ ਵਿਚਾਰਿਆ ਸੁਣਿਆ ਤਾਂ ਉਹਨਾਂ ਨੇ ਵਿਚਾਰਿਆ ਕਿ ਜਿਨ੍ਹਾਂ ਮਹਾਂਪੁਰਸ਼ਾਂ ਦੇ ਮਿੱਟੀ ਅਤੇ ਸੋਨੇ ਦੇ ਬਰਾਬਰ ਹੈ, ਦੁੱਖ ਸੁੱਖ ਵਿੱਚ ਇੱਕ ਰਸ ਬਿਰਤੀ ਟਿਕੀ ਰਹਿੰਦੀ ਹੈ, ਉਹਨਾਂ ਅੱਗੇ ਇਹ ਤਿਹਾਵਲ ਜਿਨ੍ਹਾਂ ਅੱਗੇ ਇਹ ਤਿਹਾਵਲ ਤੁਸ ਗੱਲ ਹੈ। ਮਾਤਾ ਜੀ ਨੇ ਕਿਹਾ ਭਾਈ ਰਾਮ ਕੁਆਰ ਜੀ ਧੰਨ ਹਨ ਜਿਨ੍ਹਾਂ ਨੂੰ ਵੱਡੇ ਭਾਗਾਂ ਕਰਕੇ ਐਸੀ ਬਿਰਤੀ ਪ੍ਰਾਪਤ ਹੋਈ। ਉਹ ਪਰਮੇਸ਼ਰ ਦਾ ਰੂਪ ਹਨ, ਜਿਨ੍ਹਾਂ ਦੇ ਹਰਖ ਤੇ ਸੋਗ ਦੋਵੇਂ ਨਾਸ ਹੋ ਗਏ ਹਨ। ਮਾਤਾ ਗੁਜਰੀ ਜੀ ਨੇ ਇਹ ਗੱਲਾਂ ਆਪਣੇ ਪਾਸ ਰਹਿਣ ਵਾਲੀਆਂ ਬੀਬੀਆਂ ਨਾਲ ਕੀਤੀਆਂ। ਦੂਸਰੇ ਦਿਨ ਜਦ ਫੇਰ ਸਤਿਗੁਰੂ ਜੀ ਦਾ ਦੀਵਾਨ ਲੱਗਾ ਤੇ ਭਾਈ ਰਾਮ ਕੁਆਰ ਜੀ ਵੀ ਆਪਣੀ ਸੰਗਤ ਸਹਿਤ ਦੀਵਾਨ ਦੇ ਵਿੱਚ ਹਾਜ਼ਰ ਹੋ ਗਏ। ਭਾਈ ਰਾਮ ਕੁਆਰ ਜੀ ਵੀ ਆਪਣੀ ਸੰਗਤ ਦੇ ਨਾਲ ਦੀਵਾਨ ਦੇ ਵਿੱਚ ਹਾਜ਼ਰ ਹੋ ਕੇ ਗੁਰੂ ਜੀ ਨੂੰ ਮੱਥਾ ਟੇਕ ਕੇ ਆਪਣੇ ਸਥਾਨ ਤੇ ਬੈਠ ਗਏ ਅਤੇ ਸਤਿਗੁਰੂ ਜੀ ਨੇ ਭਾਈ ਰਾਮ ਕੁਆਰ ਜੀ ਦੀ ਸੰਗਤ ਨੂੰ ਪੁੱਛਿਆ, ਤੁਸੀਂ ਕੜਾਹ ਪ੍ਰਸਾਦ ਕਿਉਂ ਨਹੀਂ ਲੁੱਟਿਆ? ਤੁਹਾਡੇ ਮਨ ਵਿੱਚ ਤਾਂ ਸਵਾਦਾਂ ਦੀ ਇੱਛਾ ਬਣੀ ਰਹੀ, ਜੇ ਖਾ ਲੈਂਦੇ ਤਾਂ ਇੱਛਾ ਮਿਟ ਜਾਂਦੀ। ਭਾਈ ਰਾਮ ਕੁਆਰ ਜੀ ਨੂੰ ਸਰਾਪ। ਫਿਰ ਆਪ ਜੀ ਨੇ ਭਾਈ ਰਾਮ ਕੁਆਰ ਜੀ ਵੱਲ ਵੇਖ ਕੇ ਫਰਮਾਇਆ, ਤੁਸੀਂ ਕਿਉਂ ਤਿਹਾਵਲ ਕੜਾਹ ਪ੍ਰਸਾਦ ਲੁੱਟ ਕੇ ਨਹੀਂ ਖਾਧਾ? ਇਸ ਤਰ੍ਹਾਂ ਇੱਕ ਤੁਸੀਂ ਸਾਡੀ ਆਗਿਆ ਭੰਗ ਕੀਤੀ ਆ।
महाराज जी कहते असीं जदों आग्या करके गए सी भी जितना जितना प्रसाद किसी तो भी खाधा जांदा खाओ, कड़ाहे भरे पे ने, तुसी तिहावल प्रसाद लुट के नहीं खाधा, असी हुक्म कीता सी इस तरह तुसी, इस तरह एक तुसी साडी आग्या भंग कीती है, दूजा मन भाउंदा सुखदायक खाना नहीं खाधा, ये तुसां दंभ कीता है। भाई जी ने कहा उस समय कलयुग वरत रहा सी, कहंदे उस समय कलयुग वरत रहा सी, इस करके असी नहीं खाधा। सतगुरु जी ने कहा इस कलयुग तो डर के तुसां कड़ा प्रसाद नहीं खाधा, वो दरवाजियां ते किलियां तो साला मार मार के तुहाडे घर प्रवेश करेगा, इस तरह भी तुहाडा इस तो बचाव नहीं हो सकेगा। अते कलयुग विच इसे तरह वरतेगा। गुरु जी दे ये बाग सुन के भाई राम कुआर जी ने हाथ जोड़ के पुछया कि ये जो तुसां बाग फरमाया है ये मेरे शरीर त्यागण तो कितना चिर पिछों वरतेगा। जे तुसी कृपा करो तां यह तुहाडा बाग तदों पूरा होवे जदों मेरे पुत्र दे घर पुत्र होवे। सतगुरु जी ने कहा एम सत ऐसा ही होवेगा। भाई राम कुआर जी ने जिन्हां दी मत गुरु जी अनुसार सी, इस श्राप बख्शाउण वास्ते गुरु जी अगे कोई बेनती ना कीती अते सब सत करके प्रवान कर लिया। समा पा के जदों भाई राम कुआर जी दे घर पोतरा जन्मिया तां ये गुरु जी दे बाग तदों सफले होए। उसने बहुत कुकर्म कीते जिन्हां नाल उन्हां दी वंश दी बहुत हानि हुई। भाई राम कुआर जी जिन्हां नूं गुरु घर दा भाना मिठा लगदा सी, रात दिन आप जी दे चरनां विच एक सार लिव लाई रखदे सन। फिर भी गुरु जी ने अपनी माया वरता के उन्हां नूं भरोसा दिता। ये भाई जी दे पूर्वले कर्मां दा लेख सी जिस अगे कोई थिर नहीं रह सकदा। परंतु जिसनूं सतगुरु जी हाथ दे के इन्हां पूर्वले लेखां दे भुगतान तो बचाउण, ਉਹੀ इन्हां तो बच सकदा है। एक दिन भाई राम कुआर जी ने वेख्या कि गुरु जी दे अगे एक बड़ा भारी धुनख बान पिया है। उसने वेख के उन्हां दे मन विच भरम हो गया कि आप जी ने विखावे मात्र ही रखिया होवेगा। बाबा राम कुआर जी दे मन दे विच भरम हो गया, जिहड़ा धुनख बान है ये दिखावे मात्र ही रखिया होवेगा, नहीं तो गुरु जी अपने पतले जिहे शरीर नाल इसनूं चुक नहीं सकते होणगे। कहंदे एडा भारी धुनखा भी महाराज जी दा शरीर पतला जा है, हो सकदा गुरु जी अपने पतले जिहे शरीर नाल इस नूं चुक नहीं सकते होणगे। भाई राम जी दे मन दा संसा जान के सतगुरु जी ने जान दी तैयारी करवा के भाई जी नूं भी
नाल जाण वास्ते बचन किया। गुरु जी ने अपनी सवारी वास्ते प्रसादी हाथी मंगवाया ਅਤੇ ਹਾਥੀ ਉੱਤੇ ਚੜ੍ਹਨ ਸਮੇਂ ਭਾਈ ਜੀ ਦੇ ਮੋਢੇ ਉੱਤੇ ਹੱਥ ਰੱਖ ਕੇ ਜਦ ਮਹਾਰਾਜ ਜੀ ਨੇ ਪੈਰ ਚੁੱਕਿਆ ਤਾਂ ਭਾਈ ਜੀ ਨੇ ਇਉਂ ਜਾਪਿਆ ਕਿ ਉਹਨਾਂ ਉੱਤੇ ਤਰਲੋਕੀ ਦਾ ਭਾਰ ਪੈ ਗਿਆ। ਆਖੋ ਸਤਨਾਮ। ਮਨ ਦੇ ਵਿੱਚ ਸ਼ੰਕਾ ਪੈ ਗਿਆ ਨਾ ਵੀ ਜਿਹੜਾ ਧੁਨਖਵਾਨ ਆ ਇਹ ਬੜਾ ਭਾਰੀ ਆ, ਗੁਰੂ ਜੀ ਦਾ ਸਰੀਰ ਪਤਲਾ ਹੈ ਕਿ ਇਹ ਦਿਖਾਵੇ ਮਾਤਰ ਰੱਖਿਆ ਹੋਵੇਗਾ, ਇਹਨੂੰ ਕਿਵੇਂ ਚੱਕਦਾ ਹੋਵੇਗਾ, ਕੌਣ ਚੱਕਦਾ ਹੋਵੇਗਾ। ਵੀ ਮਹਾਰਾਜ ਜੀ ਦਾ ਸਰੀਰ ਤਾਂ ਪਤਲਾ। ਇਹਨਾਂ ਦਾ ਭਰਮ ਦੂਰ ਕਰਨ ਵਾਸਤੇ ਪ੍ਰਸਾਦੀ ਹਾਥੀ ਉੱਤੇ ਚੜ੍ਹਨ ਸਮੇਂ ਭਾਈ ਰਾਮ ਕੁਆਇਰ ਜੀ ਦੇ ਮੋਢੇ ਉੱਤੇ ਹੱਥ ਰੱਖ ਕੇ ਮਹਾਰਾਜ ਜੀ ਨੇ ਜਦ ਪੈਰ ਚੁੱਕਿਆ ਤਾਂ ਭਾਈ ਜੀ ਨੂੰ ਇਉਂ ਜਾਪਿਆ ਕਿ ਉਹਨਾਂ ਉੱਤੇ ਤਰਲੋਕੀ ਦਾ ਭਾਰ ਪੈ ਗਿਆ, ਜਿਸ ਨਾਲ ਭਾਈ ਜੀ ਦੇ ਪੈਰ ਥਿੜਕਣ ਲੱਗ ਪਏ। ਇੰਨੇ ਸਮੇਂ ਵਿੱਚ ਗੁਰੂ ਜੀ ਦੂਜਾ ਪੈਰ ਚੁੱਕਿਆ। ਇੰਨੇ ਸਮੇਂ ਨੂੰ ਦੂਜਾ ਪੈਰ ਚੁੱਕ ਕੇ ਹੌਦੇ ਵਿੱਚ ਬੈਠ ਗਏ। ਜਦ ਭਾਈ ਰਾਮ ਕੁਆਇਰ ਜੀ ਨੇ ਪੈਰ ਸੰਭਾਲੇ ਆਪਣੇ, ਫਿਰ ਸਤਿਗੁਰੂ ਜੀ ਨੇ ਭਾਈ ਜੀ ਨੂੰ ਆਪਣੇ ਨਾਲ ਹੀ ਹੌਦੇ ਵਿੱਚ ਬਿਠਾ ਲਿਆ। ਤਾਂ ਗੁਰਮੁਖ ਪਿਆਰਿਓ, ਸ਼ਿਕਾਰ ਨੂੰ ਚੱਲ ਪਏ। ਰਸਤੇ ਵਿੱਚ ਗੁਰੂ ਜੀ ਨੇ ਭਾਈ ਜੀ ਨੂੰ ਆਖਿਆ ਕਿ ਤੁਹਾਡੇ ਵਰਗੇ ਸਿੱਖੀ ਦੇ ਥੰਮ ਹੀ ਡੋਲ ਜਾਣ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਹਾਡੇ ਵਰਗੇ ਸਿੱਖੀ ਦੇ ਥੰਮ ਹੀ ਡੋਲ ਜਾਣ ਤਾਂ ਫਿਰ ਹੋਰਨਾਂ ਦੀ ਕਿਹੜੀ ਗੱਲ ਕਰੀਏ। ਭਾਈ ਜੀ ਨੇ ਲਾਜ ਨਾਲ ਆਖਿਆ, ਨੀਵੀਂ ਅੱਖਾਂ ਨੀਵੀਆਂ ਕਰਕੇ ਆਖਿਆ, ਸਤਿਗੁਰੂ ਜੀਓ ਤੁਹਾਡੀ ਮਾਇਆ ਪਰਬਲ ਹੈ, ਜਿਸ ਨੇ ਬ੍ਰਹਮਾ ਵਰਗੇ ਦੇਵਤੇ ਵੀ ਭਰਮਾ ਦਿੱਤੇ। ਮੈਂ ਕੌਣ ਵਿਚਾਰਾ ਹਾਂ। ਆਪ ਜੀ ਨੇ ਆਪਣੇ ਬਿਰਧ ਦੀ ਪਾਲਣਾ ਕਰਦੇ ਹੋਏ ਮੇਰੇ ਮਨ ਦਾ ਭਰਮ ਦੂਰ ਕਰ ਦਿੱਤਾ। ਮੇਰੇ ਮਨ ਦੇ ਵਿੱਚ ਭਰਮ ਸੀ, ਉਹ ਦੂਰ ਕਰ ਦਿੱਤਾ। ਇਹ ਸਾਰੇ ਗੁਰਸਿੱਖਾਂ ਵਿੱਚ ਪ੍ਰਸਿੱਧ ਸੀ ਕਿ ਬਾਬਾ ਬੁੱਢਾ ਜੀ ਦੀ ਬੰਸ ਦਾ ਸਤਿਗੁਰੂ ਜੀ ਨੇ ਬਹੁਤ ਸਤਿਕਾਰ ਕੀਤਾ। ਬਾਬਾ ਬੁੱਢਾ ਜੀ ਨੇ 6 ਗੁਰੂਆਂ ਤੱਕ ਸੇਵਾ ਨਿਭਾਈ ਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਕਮ ਦੇ ਨਾਲ ਸੇਵਾ ਕਰਦੇ ਰਹੇ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਾਬਾ ਬੁੱਢਾ ਜੀ ਨੇ ਤਿਲਕ ਲਾਇਆ। ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ। ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕਰਦੇ ਰਹੇ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਬਾਅਦ ਤਾਂ ਗੁਰਮੁਖ ਪਿਆਰਿਓ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਾਇਆ। ਤੀਸਰੇ ਗੁਰੂ ਦੀ ਸੇਵਾ ਕਰਦੇ ਰਹੇ। ਫਿਰ ਚੌਥੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਾਇਆ। ਬਾਬਾ ਬੁੱਢਾ ਜੀ ਨੇ ਤਿਲਕ ਲਾਇਆ ਗੁਰਤਾ ਗੱਦੀ ਦਾ ਜਦੋਂ ਬਿਠਾਏ ਮਹਾਰਾਜ ਜੀ ਨੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਕਰਦੇ ਰਹੇ। ਫਿਰ ਗੁਰਮੁਖ ਪਿਆਰਿਓ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਰਹੇ ਬਾਬਾ ਬੁੱਢਾ ਜੀ। ਜੇ ਗੁਰੂ ਘਰ ਦੇ ਗ੍ਰੰਥੀ ਹੋਏ ਨੇ, ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਹੋਏ ਨੇ ਗੁਰੂ ਘਰ ਦੇ ਗ੍ਰੰਥੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ
ਬਾਬਾ ਬੁੱਢਾ ਜੀ ਨੂੰ ਗ੍ਰੰਥੀ ਬਣਾਇਆ। ਫਿਰ ਗੁਰਮੁਖ ਪਿਆਰਿਓ, ਪੰਜਵੇਂ ਪਾਤਸ਼ਾਹ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ। ਤੇ ਇੱਥੋਂ ਤੱਕ ਗੁਰਮੁਖ ਪਿਆਰਿਓ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਦੋਂ ਸੇਵਾ ਦੇ ਵਿੱਚ ਰਹੇ, ਉਦੋਂ ਬਾਬਾ ਬੁੱਢਾ ਜੀ ਦਾ ਸਰੀਰ ਬਿਰਧ ਹੋ ਗਿਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਵੀ ਬਾਬਾ ਬੁੱਢਾ ਜੀ ਦੇ ਹੁਕਮ ਦੇ ਨਾਲ ਹੋਇਆ। ਬਾਬਾ ਬੁੱਢਾ ਜੀ ਦੇ ਹੁਕਮ ਦੇ ਨਾਲ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਜਨਮ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਹੁਕਮ ਕਰ ਸਕਦੇ ਸਨ, ਪਰ ਜਦੋਂ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਦੇ ਕੋਲ ਭੇਜਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਾਓ ਬਾਬਾ ਬੁੱਢਾ ਜੀ ਦੇ ਕੋਲ ਜਾ ਕੇ ਬੇਨਤੀ ਕਰੋ, ਪੁੱਤਰ ਦੀ ਦਾਤ ਬਖਸ਼ਣਗੇ। ਮਾਤਾ ਗੁਜਰ ਕੌਰ, ਵਾਹਿਗੁਰੂ, ਮਾਤਾ ਗੰਗਾ ਜੀ ਰਥਾਂ ਦੇ ਉੱਤੇ ਤਿਆਰੀ ਪਰ ਤਿਆਰੀ ਕਰਕੇ ਰਥਾਂ ਦੇ ਉੱਤੇ ਨਾਲ ਸੇਵਕ ਲੈ ਕੇ ਚੱਲ ਪਏ ਬਾਬਾ ਬੁੱਢਾ ਜੀ ਦੇ ਕੋਲ। ਤਾਂ ਗੁਰਮੁਖ ਪਿਆਰਿਓ, ਜਦੋਂ ਬਾਬਾ ਬੁੱਢਾ ਜੀ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ, ਨਾਲ ਸੇਵਕ ਲੱਗੇ ਹੋਏ ਨੇ, ਜਦੋਂ ਰਥਾਂ ਦੇ ਉੱਤੇ ਘੋੜਿਆਂ ਦੇ ਉੱਤੇ ਆ ਰਹੇ ਨੇ, ਧੂੜ ਉੜਦੀ ਆ ਰਹੀ ਆ। ਬਾਬਾ ਬੁੱਢਾ ਜੀ ਨੇ ਪੁੱਛਿਆ, ਕਹਿੰਦੇ ਕਹਿੰਦੇ ਕੌਣ ਆ ਰਿਹਾ? ਕਹਿੰਦੇ ਬਈ ਬਾਬਾ ਬੁੱਢਾ ਜੀ ਨੇ ਪੁੱਛਿਆ, ਕਹਿੰਦੇ ਕੌਣ ਆ ਰਿਹਾ? ਕਹਿੰਦੇ ਜੀ ਗੁਰੂ ਕੇ ਆ ਰਹੇ ਨੇ। ਸਾਧੂ ਬੋਲੇ ਸਹਿ ਸੁਭਾਏ, ਸਾਧਕਾ ਬੋਲੇ ਬਿਰਥਾ ਨਾ ਜਾਏ। ਜਿਹੜੇ ਭਗਤੀ ਕਰਨ ਵਾਲੇ ਨੇ ਨਾ, ਬੰਦਗੀ ਕਰਨ ਵਾਲੇ ਨੇ, ਇਸੇ ਤਰ੍ਹਾਂ ਉਹ ਬਹੁਤਾ ਨਹੀਂ ਬੋਲਦੇ ਹੁੰਦੇ। ਉਹਨਾਂ ਦਾ ਬੋਲ ਵਿਅਰਥ ਨਹੀਂ ਜਾਂਦਾ, ਉਹਨਾਂ ਦਾ ਵਚਨ ਪੂਰਾ ਹੋ ਜਾਂਦਾ। ਇਸੇ ਕਰਕੇ ਬਹੁਤਾ ਕਿਸੇ ਲਵੇ ਖੜਦੇ ਨਹੀਂ, ਬਹੁਤਾ ਬੋਲਦੇ ਨਹੀਂ ਹੁੰਦੇ। ਇਸੇ ਕਰਕੇ ਆਪਣੇ ਕਮਰੇ ਅੰਦਰ ਹੀ ਰਹਿੰਦੇ ਨੇ, ਮਸਤ ਰਹਿੰਦੇ ਨੇ ਨਾਮ ਦੇ ਵਿੱਚ। ਜਦੋਂ ਬਾਬਾ ਬੁੱਢਾ ਜੀ ਦੇ ਕੋਲ ਖੇਤਾਂ ਦੇ ਵਿੱਚ ਪਹੁੰਚੇ, ਕਹਿੰਦੇ ਵੀ ਕੌਣ ਆ ਰਿਹਾ? ਕਹਿੰਦੇ ਜੀ ਗੁਰੂ ਕੇ ਆ ਰਹੇ ਨੇ। ਬਚਨ ਹੋ ਗਏ। ਕਹਿੰਦੇ ਗੁਰੂ ਕੇ ਨੂੰ ਕੀ ਭਾਜੜਾਂ ਪੈ ਗਈਆਂ? ਗੁਰੂ ਕੇ ਨੂੰ ਕੀ ਭਾਜੜਾਂ ਪੈ ਗਈਆਂ? ਤਾਂ ਗੁਰਮੁਖ ਪਿਆਰਿਓ, ਜਦੋਂ ਆਏ ਦੱਸਿਆ, ਕਹਿੰਦੇ ਬਾਬਾ ਬੁੱਢਾ ਜੀ ਦਾ ਇਹ ਬਚਨ ਹੋ ਗਿਆ ਕਿ ਗੁਰੂ ਕੇ ਨੂੰ ਕੀ ਭਾਜੜਾਂ ਪਈਆਂ। ਪਤਾ ਸੀ ਸਾਰਿਆਂ ਨੂੰ ਵੀ ਬਾਬਾ ਬੁੱਢਾ ਜੀ ਦੇ ਬਚਨ ਪੂਰੇ ਹੁੰਦੇ ਨੇ। ਫਿਰ ਇੱਕ ਵਾਰ ਗੁਰੂ ਕੇ ਨੂੰ ਭਾਜੜਾਂ ਜ਼ਰੂਰ ਪਈਆਂ ਨੇ। ਇੱਕ ਵਾਰ ਗੁਰੂ ਕੇ ਨੂੰ ਭਾਜੜਾਂ ਜ਼ਰੂਰ ਪਈਆਂ ਸੀ, ਬਚਨ ਪੂਰੇ ਹੋਏ। ਜਦੋਂ ਮਾਤਾ ਗੰਗਾ ਜੀ ਨਿਰਾਸ਼ ਹੋ ਕੇ ਵਾਪਸ ਗਏ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਿਲੇ ਬਾਬਾ ਬੁੱਢਾ ਜੀ, ਕੋਈ ਬਚਨ ਹੋਇਆ? ਕਹਿੰਦੇ ਜੀ ਬਚਨ ਹੋਇਆ ਵੀ ਗੁਰੂ ਕੇ ਨੂੰ ਕੀ ਭਾਜੜਾਂ ਪਈਆਂ ਨੇ। ਮਹਾਰਾਜ ਜੀ ਕਹਿੰਦੇ ਫਿਰ ਬਚਨ ਪੂਰਾ ਹੋਏਗਾ। ਹੋਇਆ ਬਚਨ ਪੂਰਾ। ਉਹ ਭਾਗਾਂ ਵਾਲੀਏ, ਸਾਧੂ ਰੱਬ ਦੇ ਪਿਆਰਿਆਂ ਦੇ ਕੋਲ ਇਸ ਤਰ੍ਹਾਂ ਥੋੜੂ ਜਾਈਂਦਾ। ਇੱਕ ਤਾਂ ਆਪਾਂ ਮੰਗਣ ਜਾ ਰਹੇ ਆ, ਇੱਕ ਪੂਰਾ ਤੁਸੀਂ ਗਏ ਚੜ੍ਹਾਈ ਕਰਕੇ ਰਥਾਂ ਹਾਥੀਆਂ ਘੋੜਿਆਂ ਦੇ ਨਾਲ ਸੱਜ ਧੱਜ ਕੇ। ਇਸ ਤਰ੍ਹਾਂ ਨਹੀਂ ਜਾਈਂਦਾ ਜਦੋਂ ਰੱਬ ਦੇ ਪਿਆਰਿਆਂ ਦੇ, ਗੁਰੂ ਦੇ ਪਿਆਰਿਆਂ ਦੇ ਕੋਲੋਂ ਮੰਗਣ ਜਾਣਾ। ਮਾਤਾ ਗੰਗਾ ਜੀ ਕਹਿੰਦੇ ਹੋਰ ਫਿਰ ਕਿਸ ਤਰ੍ਹਾਂ ਜੀ? ਕਹਿੰਦੇ ਆਪਣੇ ਹੁਣ ਜਾਓ ਦੁਬਾਰਾ, ਫੇਰ ਆਪਣੇ ਹੱਥੀਂ ਪ੍ਰਸਾਦੇ ਤਿਆਰ ਕਰੋ ਤੇ ਨਾਲ ਗੰਢਾ, ਲੱਸੀ, ਮੱਖਣ, ਮਿੱਸੇ ਪ੍ਰਸਾਦੇ ਲੈ ਕੇ ਜਾਓ। ਨੰਗੇ ਪੈਰੀ ਜਾਓ, ਸਾਦੇ ਬਣ ਕੇ ਜਾਓ ਤੇ ਨੰਗੇ ਪੈਰੀ ਜਾਓ, ਸਰਦਾ ਭਾਵਨਾ ਦੇ ਨਾਲ ਜਾਓ ਤੇ ਇੱਕ ਦੋ ਸੇਵਾਦਾਰ ਨਾਲ ਲੈ ਜਾਓ, ਬਹੁਤੇ ਨਹੀਂ, ਇੱਕ ਦੋ ਸੇਵਾਦਾਰ। ਮਾਤਾ ਗੰਗਾ ਜੀ ਨੇ ਪ੍ਰਸਾਦਾ ਤਿਆਰ ਕੀਤਾ।
ਆਪਣੇ ਹੱਥੀਂ ਪ੍ਰਸਾਦੇ ਤਿਆਰ ਕੀਤੇ, ਮਿੱਠੇ ਪ੍ਰਸਾਦੇ, ਅਚਾਰ, ਮੱਖਣ, ਗੰਢਾ, ਲੱਸੀ, ਇਹ ਲੈ ਕੇ ਗੁਰਮੁਖ ਪਿਆਰਿਓ ਪੈਦਲ ਤੁਰ ਕੇ ਗਏ। ਜਦੋਂ ਦੇਖਿਆ ਗੁਰੂ ਜੀ ਨੇ, ਵਾਹਿਗੁਰੂ ਜਦੋਂ ਦੇਖਿਆ ਬਾਬਾ ਬੁੱਢਾ ਜੀ ਨੇ ਵੀ ਉਹ ਮਾਤਾ ਜੀ ਆ ਰਹੇ ਨੇ, ਜਦੋਂ ਪ੍ਰਸਾਦਾ ਲੈ ਕੇ ਨੇੜੇ ਪਹੁੰਚੇ, ਬਾਬਾ ਬੁੱਢਾ ਜੀ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀ, ਭੱਜ ਕੇ ਆਏ। ਕਹਿੰਦੇ ਦੇਖ ਲੋ ਮਾਤਾਵਾਂ ਨੂੰ ਪੁੱਤਰਾਂ ਦਾ ਕਿੰਨਾ ਖਿਆਲ ਆ ਕਿ ਭੁੱਖ ਬੜੀ ਲੱਗੀ ਹੋਈ ਆ, ਪ੍ਰਸਾਦਾ ਛਕਾਓ। ਬਾਬਾ ਬੁੱਢਾ ਜੀ ਮੰਜੇ ਦੇ ਉੱਤੇ ਬਹਿ ਗਏ। ਮਾਤਾ ਗੁਜਰ ਕੌਰ ਜੀ, ਵਾਹਿਗੁਰੂ ਮਾਤਾ ਗੰਗਾ ਜੀ ਨੇ ਪ੍ਰਸਾਦਾ ਖੋਲਿਆ ਤੇ ਪ੍ਰਸਾਦਾ ਵਰਤਾਇਆ। ਮਿੱਠੇ ਪ੍ਰਸਾਦੇ, ਮੱਖਣ ਤੇ ਗੰਢਾ ਦਿੱਤਾ। ਜਦੋਂ ਗੰਢਾ ਫੜਾਇਆ, ਪਿਆਜ਼, ਜਾਣਨਹਾਰ, ਦਿਲਾਂ ਦੀਆਂ ਜਾਣਨ ਵਾਲੇ ਬਾਬਾ ਬੁੱਢਾ ਜੀ ਨੇ ਉਹ ਪਿਆਜ਼ ਹੱਥ ਵਿੱਚ ਫੜ ਕੇ ਮੰਜੇ ਦੇ ਪਾਵੇ ਦੇ ਉੱਤੇ ਰੱਖ ਕੇ ਮੁੱਕੀ ਮਾਰੀ, ਭੰਨ ਲਿਆ ਪਿਆਜ਼। ਜਦੋਂ ਮੁੱਕੀ ਮਾਰੀ, ਉਹਨੂੰ ਪਿਆਜ਼ ਨੂੰ ਭੰਨਿਆ, ਸਹਿਜ ਸੁਭਾਏ ਬਚਨ ਹੋਇਆ, ਮਾਤਾ ਐਸਾ ਪੁੱਤਰ ਜੰਮੂ ਜਿਹੜਾ ਮੁਗਲਾਂ ਦੇ ਸਿਰ ਭੰਨੂ, ਆਖੋ ਸਤਨਾਮ। ਐਸਾ ਪੁੱਤਰ ਜੰਮੂ ਜਿਹੜਾ ਮੁਗਲਾਂ ਦੇ ਸਿਰ ਭੰਨੂ। ਫਿਰ ਗੁਰਮੁਖ ਪਿਆਰਿਓ ਬਾਬਾ ਬੁੱਢਾ ਜੀ ਦੇ ਬਚਨ ਸੱਤ ਹੋਏ। ਸਮੇਂ ਦੇ ਨਾਲ ਸਮਾਂ ਪਾ ਕੇ ਫਿਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਜਨਮ ਹੋਇਆ। ਫਿਰ ਮੁਗਲ ਇਸੇ ਤਰ੍ਹਾਂ ਹੀ ਭੰਨੇ ਤੇ ਮਹਾਰਾਜ ਜੀ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸੇ ਤਰ੍ਹਾਂ ਹੀ ਮੁਗਲ ਭੰਨੇ ਸਨ। ਜਿਵੇਂ ਬਾਬਾ ਬੁੱਢਾ ਜੀ ਨੇ ਗੰਢਾ ਭੰਨਿਆ, ਮੁੱਕੀ ਮਾਰ ਕੇ ਬਚਨ ਕੀਤਾ, ਐਸਾ ਪੁੱਤਰ ਜੰਮੂ ਜਿਹੜਾ ਮੁਗਲਾਂ ਦੇ ਸਿਰ ਭੰਨੂ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਬਾਬਾ ਬੁੱਢਾ ਜੀ ਦੇ ਬਚਨਾਂ ਦੇ ਨਾਲ ਹੋਇਆ। ਅਤੇ ਗੁਰਮੁਖ ਪਿਆਰਿਓ ਬਾਬਾ ਬੁੱਢਾ ਜੀ ਨੇ ਫਿਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੀ ਸੇਵਾ ਕੀਤੀ। ਗੁਰਤਾ ਗੱਦੀ ਦਾ ਤਿਲਕ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਬਾਬਾ ਬੁੱਢਾ ਜੀ ਨੇ ਲਾਇਆ। ਤੇ ਗੁਰਮੁਖ ਪਿਆਰਿਓ ਅੰਤ ਸਮਾਂ ਸੇਵਾ ਕਰਦੇ ਰਹੇ, ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਅੰਤਮ ਸਮੇਂ ਫਿਰ ਪੰਜ ਭੂਤਕ ਸਰੀਰ ਦਾ ਤਿਆਗ ਕਰ ਗਏ ਸੀ ਬਾਬਾ ਬੁੱਢਾ ਜੀ ਦਾ। ਉਹਨਾਂ ਦਾ ਸੰਸਕਾਰ ਵੀ, ਬਾਬਾ ਬੁੱਢਾ ਜੀ ਦਾ ਸੰਸਕਾਰ ਬਾਬਾ ਸ੍ਰੀ ਚੰਦ ਜੀ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਨੇ ਆਪਣੇ ਹੱਥੀ ਬਾਬਾ ਬੁੱਢਾ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਸੀ। ਆਖੋ ਸਤਨਾਮ। 6 ਗੁਰੂਆਂ ਤੱਕ ਬਾਬਾ ਬੁੱਢਾ ਜੀ ਨੇ ਤਿਲਕ ਦੀ ਸੇਵਾ ਕੀਤੀ ਤੇ ਸੇਵਾ ਕਰਦੇ ਰਹੇ। ਸੋ ਆਓ ਬਾਕੀ ਵਿਚਾਰਾਂ ਕਰਾਂਗੇ ਕੱਲ ਨੂੰ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ। ਇੱਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਿਰ ਤੇ ਮੇਰਾ ਹੱਥ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸੋ ਅੱਜ ਸਰਦਾਰ ਜਸਵੀਰ ਸਿੰਘ ਜੀ ਜੱਸਾ, ਉਹਨਾਂ ਦੇ ਗ੍ਰਹਿ ਵਿਖੇ ਧੁਰਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਸਤਿਗੁਰੂ ਮਹਾਰਾਜ ਜੀ ਸਰਦਾਰ ਜਸਵੀਰ ਸਿੰਘ ਜੀ ਜੱਸਾ ਪੰਚਾਇਤ ਮੈਂਬਰ, ਉਹਨਾਂ ਦੇ ਘਰੇ ਅੱਜ ਮਹਾਰਾਜ ਜੀ ਚਰਨ ਪਾਉਣਗੇ। ਸੋ ਜਿਹੜਾ ਰਸਤੇ ਵਿੱਚ ਘਰ ਆਉਂਦੇ ਨੇ ਉਹਨਾਂ ਨੂੰ ਬੇਨਤੀ ਆ, ਭਾਈ ਆਪੋ ਆਪਣੇ ਘਰਾਂ ਦੇ ਮੂਹਰੋਂ ਸਫਾਈ ਕਰਨ ਦੀ ਕਿਰਪਾਲਤਾ ਕਰਨੀ, ਕਿਉਂਕਿ ਚਬਰਾ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸਾਂਝੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਲੰਘਣਾ। ਜਦੋਂ ਵੀ ਸਤਿਗੁਰੂ ਮਹਾਰਾਜ ਜੀ ਕਿਸੇ ਦੇ ਘਰ ਜਾਂਦੇ ਆ, ਸਤਿਕਾਰ ਵਜੋਂ ਜੋੜੇ ਉਤਾਰ ਕੇ ਸਿਰ ਢੱਕ ਕੇ ਹੱਥ ਜੋੜ ਕੇ ਸਾਨੂੰ ਅੱਗੇ ਖੜ ਕੇ ਨਮਸਕਾਰ ਕਰਨੀ ਚਾਹੀਦੀ ਆ। ਮਹਾਰਾਜ ਜੀ ਦਾ ਸਤਿਕਾਰ ਕਰਨਾ ਚਾਹੀਦਾ।
ਸੋ ਆਓ ਆਪੋ ਆਪਣੇ ਘਰਾਂ ਦੇ ਮੂਹਰੋਂ ਜੋ ਸਿੱਧੀ ਰਸਤਾ ਜਾਂਦਾ, ਜਿਹੜੇ ਵੀ ਘਰ 2 4 5 4 ਘਰ ਆਉਂਦੇ ਨੇ, ਉਹ ਆਪੋ ਆਪਣੇ ਘਰਾਂ ਦੇ ਮੂਹਰੋਂ ਸਫਾਈ ਕਰਨ ਦੀ ਕਿਰਪਾਲਤਾ ਕਰਨ। ਪਰਿਵਾਰ ਨੂੰ ਵੀ ਬੇਨਤੀ ਆ ਤੇ ਆਪ ਵੀ ਖਿਆਲ ਰੱਖਣਾ। ਸਤਿਗੁਰੂ ਜੀ ਦੇ ਜਾਣ ਤੋਂ ਪਹਿਲਾਂ ਸਾਰਾ ਖਿਆਲ ਰੱਖਣਾ। ਕੋਈ ਇੱਟ ਬੱਟਾ, ਕੋਈ ਰੋੜਾ, ਕੋਈ ਗੋਹਾ ਰਸਤੇ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਾ ਹੋਵੇ, ਸਫਾਈ ਕਰਦੇ ਲਈ। ਸੋ ਆਓ ਸ਼ਲੋਕ ਦੇ ਵਿੱਚ ਬੋਲੀਏ। ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦੀਆਂ ਦੇਗਾ ਲੈ ਕਰਕੇ, ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੀ ਆ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼੍ਰੋਮਣੀ ਭਗਤ ਰਵਿਦਾਸ ਜੀ ਮਹਾਰਾਜ, ਉਹਨਾਂ ਦੇ ਅਵਤਾਰ ਦਿਹਾੜਾ ਨੇੜੇ ਆ ਗਿਆ, ਪਰ ਲੋਕਾਂ ਨੇ 2-2 ਮਹੀਨੇ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ ਪਾਠ ਦੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਠ ਹੋ ਗਿਆ ਤੇ ਸ਼੍ਰੋਮਣੀ ਭਗਤ ਰਵਿਦਾਸ ਜੀ ਮਹਾਰਾਜ ਜੀ ਦਾ ਪਾਠ ਅਵਤਾਰ ਦਿਹਾੜੇ ਦਾ। ਕਿਉਂਕਿ ਇਹਨਾਂ ਦੋਨਾਂ ਪ੍ਰੋਗਰਾਮਾਂ ਦੇ ਵਿੱਚ ਪਾਠੀ ਖੰਡ ਪਾਠੀ ਨਹੀਂ ਮਿਲਦੇ ਹੁੰਦੇ, ਪਰ ਸਾਡੇ ਵਾਲੇ ਬੰਦੇ ਹਜੇ ਤੱਕ ਸੁੱਤੀ ਪਏ ਨੇ। ਆਖੋ ਸਤਨਾਮ। ਮੈਂ ਉਹਨਾਂ ਕੋਲ ਨਹੀਂ ਦੇਖੀ ਜਾਂਦਾ ਵੀ ਕਦੋਂ ਕੁ ਫੋਨ ਆਊਗਾ, ਕਦੋਂ ਕੁ ਮੈਨੂੰ ਦੱਸਣਗੇ, ਕਦੋਂ ਕੁ ਤਰੀਕ ਲਿਖਾਣੀ ਆ। ਕੀ ਵਿੱਚ ਕਹਿੰਦੇ ਜੀ ਗੁਰਦੁਆਰਾ ਸਾਹਿਬ ਕਰੋ, ਵੀ ਸਾਰੇ ਰਲ ਮਿਲ ਕੇ ਕਰੋ। ਜਦੋਂ ਆਪਾਂ ਕਹਿੰਦੇ ਵੀ ਜਾਤਾਂ ਪਾਤਾਂ ਤੋਂ ਦੂਰ ਆ, ਫਿਰ ਸਾਰਿਆਂ ਨੂੰ ਕਹਿੰਦੇ ਇੱਕ ਮਨਾਉਣਾ ਚਾਹੀਦਾ ਵੀ ਗੁਰਦੁਆਰਾ ਸਾਹਿਬ ਭਗਤ ਰਵਿਦਾਸ ਜੀ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰੋ। ਪਰ ਹਜੇ ਤੱਕ ਮੈਨੂੰ ਕਿਧਰੋਂ ਨਹੀਂ ਕੁਝ ਪਤਾ ਲੱਗ ਰਿਹਾ ਹੈ, ਕਿਉਂਕਿ 3 ਤਰੀਕ ਦੇ 2 ਦੀਵਾਨ ਨੇ ਜਿੱਦੇ ਆਰੰਭ ਹੋਣਾ। ਇੱਕ ਦੀਵਾਨ ਤਾਂ ਸਾਡਾ ਸ਼ੇਰ ਮਾਜਰੇ ਦੀ ਧਰਤੀ ਤੇ ਆ 9 ਵਜੇ ਤੋਂ ਲੈ ਕੇ 11 ਵਜੇ ਤੱਕ, ਤੇ ਦੂਸਰਾ ਦੀਵਾਨ 12 ਵਜੇ ਤੋਂ ਲੈ ਕੇ 3 ਵਜੇ ਤੱਕ ਪਿੰਡ ਕਲਹੇੜੀ ਨੇੜੇ ਮਰਿੰਡਾ। ਸੋ ਇਸ ਕਰਕੇ ਸਾਰੀਆਂ ਪ੍ਰੋਗਰਾਮ ਦੀਆਂ ਸੈਟਿੰਗਾਂ ਕਰਨੀਆਂ ਪੈਂਦੀਆਂ ਨੇ। ਸੋ ਜੇ ਤਾਂ ਭਾਈ ਮੈਂ ਬੇਨਤੀ ਕਰਦਾ ਅਖੰਡ ਪਾਠ ਸਾਹਿਬ ਕਰਵਾਉਣਾ ਤਾਂ ਆਪਣੀ ਤਰੀਕ ਸ਼ਾਮ ਸਵੇਰੇ ਬੁੱਕ ਕਰਾਓ, ਨਹੀਂ ਫਿਰ ਅਸੀਂ ਜਿਹੜੀ ਅਖੰਡ ਪਾਠ ਸਾਹਿਬ ਦੀ ਤਰੀਕ ਆ ਉਹ ਗੁਰਦੁਆਰਾ ਸਾਹਿਬ ਆਪਦੇ ਹਿਸਾਬ ਦੇ ਨਾਲ ਰੱਖਾਂਗੇ। ਜਿਨ੍ਹਾਂ ਸੰਗਤਾਂ ਨੇ ਯੋਗਦਾਨ ਪਾਉਣਾ ਹੋਵੇਗਾ ਉਹ ਫਿਰ ਆਪਣੇ ਹਿਸਾਬ ਦੇ ਨਾਲ ਪਾ ਲੈਣਗੇ। ਸੋ ਆਓ ਸ਼ਲੋਕ ਦੇ ਵਿੱਚ ਬੋਲੀ। ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦੀਆਂ ਦੇਗਾਂ ਲੈ ਕੇ, ਫਿਰ ਆਪੋ ਆਪਣੇ ਘਰੋਂ ਵਿਹਾਰ ਕਰਨੇ ਆ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਬਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੇ ਉਜਲੇ, ਕੀਤੀ ਸੁਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੇ ਉਜਲੇ, ਕੀਤੀ ਸੁਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੇ ਉਜਲੇ, ਕੀਤੀ ਸੁਟੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।